ਮੇਰਾ ਨਾਂ ਸਿਮਰਨ ਹੈ ਅਤੇ ਮੇਰੀ ਉਮਰ 23 ਸਾਲ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਹਨ, ਪਰ ਹਾਲੇ ਤੱਕ ਮੇਰੇ ਕੋਲ ਕੋਈ ਬੱਚਾ ਨਹੀਂ ਹੈ। ਮੈਂ ਪਰਮਾਤਮਾ ਨੂੰ ਹਰ ਵੇਲੇ ਅਰਦਾਸ ਕਰਦੀ ਸੀ ਕਿ ਮੈਨੂੰ ਇੱਕ ਪੁੱਤਰ ਦੇ ਦੇਵੇ ਤਾਂ ਜੋ ਮੈਂ ਉਸ ਦੇ ਸਹਾਰੇ ਆਪਣੀ ਜ਼ਿੰਦਗੀ ਗੁਜ਼ਾਰ ਸਕਾਂ। ਮੇਰੀ ਸੱਸ ਬਹੁਤ ਜਿੱਦੀ ਸੁਭਾਅ ਦੀ ਔਰਤ ਸੀ। ਜਦੋਂ ਮੈਂ ਵਿਆਹ ਕੇ ਇਸ ਘਰ ਵਿੱਚ ਆਈ ਤਾਂ ਪਹਿਲੇ ਦਿਨ ਹੀ ਮੈਨੂੰ ਉਹਨਾਂ ਦੇ ਰੰਗ ਪਤਾ ਲੱਗ ਗਏ ਸਨ। ਪਹਿਲੇ ਦਿਨ ਤੋਂ ਹੀ ਮੇਰੀ ਸੱਸ ਮੇਰੇ ਤੋਂ ਆਪਣੀ ਹਰ ਗੱਲ ਮਨਵਾਉਂਦੀ ਅਤੇ ਜੇਕਰ ਮੈਂ ਨਾ ਮੰਨਦੀ ਤਾਂ ਉਹ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾ ਦਿੰਦੀ ਸੀ। ਇਸ ਕਰਕੇ ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ। ਜਦੋਂ ਵਿਆਹ ਤੋਂ 3 ਸਾਲ ਬਾਅਦ ਵੀ ਮੇਰੇ ਕੋਲ ਬੱਚਾ ਨਹੀਂ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਉਹ ਰੋਜ਼ ਮੈਨੂੰ ਕੋਈ ਨਾ ਕੋਈ ਤਾਨਾ ਮਾਰਦੀ, ਜਿਸ ਨਾਲ ਮੇਰਾ ਦਿਲ ਟੁੱਟ ਜਾਂਦਾ। ਮੈਂ ਬਹੁਤ ਜ਼ਿਆਦਾ ਦੁਖੀ ਰਹਿਣ ਲੱਗੀ ਸੀ। ਮੇਰੇ ਕੋਲ ਇਸ ਦਾ ਕੋਈ ਹੱਲ ਨਹੀਂ ਸੀ। ਮੈਂ ਆਪਣੇ ਪੇਕੇ ਗਈ ਤਾਂ ਆਪਣੀ ਮਾਂ ਨੂੰ ਆਪਣੀ ਮਜਬੂਰੀ ਦੇ ਬਾਰੇ ਵਿੱਚ ਦੱਸਿਆ। ਮੇਰੀ ਮਾਂ ਮੈਨੂੰ ਇੱਕ ਸਾਧ ਬਾਬੇ ਕੋਲ ਲੈ ਗਈ ਅਤੇ ਉਹਨਾਂ ਨੂੰ ਮੇਰੀ ਮਜਬੂਰੀ ਬਾਰੇ ਸਭ ਕੁਝ ਦੱਸਿਆ। ਤਾਂ ਸਾਧ ਬਾਬੇ ਨੇ ਮੈਨੂੰ ਕਿਹਾ ਕਿ ਜਦੋਂ ਤੇਰੀ ਸੱਸ ਤੈਨੂੰ ਕੁਝ ਕਹੇ ਜਾਂ ਤੇਰੇ ਨਾਲ ਲੜਾਈ ਝਗੜਾ ਕਰੇ ਤਾਂ ਤੂੰ ਚੁੱਪ ਰਿਹਾ ਕਰ, ਲੜਾਈ ਆਪਣੇ ਆਪ ਖਤਮ ਹੋ ਜਾਵੇਗੀ। ਮੈਂ ਵਾਪਸ ਆਪਣੇ ਸਹੁਰੇ ਘਰ ਆ ਗਈ ਤੇ ਹਮੇਸ਼ਾ ਦੀ ਤਰ੍ਹਾਂ ਆਪਣੇ ਕੰਮ ਵਿੱਚ ਉਲਝੀ ਰਹਿਣ ਲੱਗੀ। ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਸੱਸ ਮੇਰੇ ਬੋਲਣ ਤੋਂ ਬਾਅਦ ਹੀ ਬੋਲਦੀ ਸੀ। ਜੇਕਰ ਮੈਂ ਚੁੱਪ ਰਹਾ ਤਾਂ ਉਹ ਆਪ ਵੀ ਚੁੱਪ ਹੋ ਜਾਂਦੀ ਸੀ। ਮੈਂ ਆਪਣੀ ਸੱਸ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ ਸੀ। ਕੁਝ ਹੀ ਦਿਨਾਂ ਵਿੱਚ ਘਰ ਵਿੱਚ ਇੱਕਦਮ ਸ਼ਾਂਤੀ ਜਿਹੀ ਹੋ ਗਈ। ਪਰ ਫਿਰ ਕੁਝ ਦਿਨਾਂ ਬਾਅਦ ਮੇਰੀ ਸੱਸ ਉੱਪਰ ਘਰ ਦੇ ਵਾਰਸ ਦਾ ਭੂਤ ਸਵਾਰ ਹੋ ਗਿਆ। ਉਹ ਮੈਨੂੰ ਕਹਿੰਦੀ ਕਿ ਮੈਨੂੰ ਤਾਂ ਬਸ ਮੇਰਾ ਵਾਰਿਸ ਚਾਹੀਦਾ ਹੈ, ਚਾਹੇ ਕੁਝ ਵੀ ਹੋ ਜਾਵੇ। ਉਹ ਮੈਨੂੰ ਬਾਂਝ ਕਹਿੰਦੀ ਅਤੇ ਮੈਂ ਚੁੱਪਚਾਪ ਆਪਣੇ ਹੰਝੂ ਪੀਂਦੀ ਰਹਿੰਦੀ। ਮੈਂ ਬਹੁਤ ਤੰਗ ਪਰੇਸ਼ਾਨ ਸੀ। ਮੇਰਾ ਪਤੀ ਵੀ ਮੇਰਾ ਸਾਥ ਨਹੀਂ ਦਿੰਦਾ ਸੀ। ਪਰ ਕੁਝ ਹੀ ਦਿਨਾਂ ਬਾਅਦ ਪਰਮਾਤਮਾ ਦੀ ਮੇਰੇ ਉੱਪਰ ਕਿਰਪਾ ਹੋਈ ਅਤੇ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ। ਜਿਵੇਂ ਹੀ ਮੈਨੂੰ ਮੇਰੀ ਪ੍ਰੈਗਨੈਂਸੀ ਬਾਰੇ ਪਤਾ ਚੱਲਿਆ ਤਾਂ ਉਸ ਦੇ ਦੂਸਰੇ ਦਿਨ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਅਤੇ ਮੇਰੇ ਮੱਥੇ ਨੂੰ ਚੁੰਮਦੇ ਹੋਏ ਬੋਲੀ, ਵਧਾਈ ਹੋਵੇ ਬੇਟੀ, ਰੱਬ ਨੇ ਤੇਰੇ ਉੱਪਰ ਕਿਰਪਾ ਕਰ ਦਿੱਤੀ ਹੈ। ਇਸ ਲਈ ਹੁਣ ਆਪਣਾ ਖਿਆਲ ਰੱਖੀ ਅਤੇ ਕਿਸੇ ਵੀ ਕੰਮ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਹੈ। ਮੈਂ ਬਸ ਇਹੀ ਚਾਹੁੰਦੀ ਹਾਂ ਕਿ ਮੇਰੇ ਘਰ ਦਾ ਵਾਰਸ ਬਿਲਕੁਲ ਠੀਕ ਠਾਕ ਹੋਵੇ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਸਿਰ ਹਿਲਾਉਂਦੀ ਰਹੀ। ਮੈਂ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਸੀ ਕਿ ਪਤਾ ਨਹੀਂ ਕਦੋਂ ਮੇਰੀ ਸੱਸ ਨੇ ਮੇਰੇ ਸਾਹਮਣੇ ਆਪਣੀਆਂ ਜੁੱਤੀਆਂ ਰੱਖ ਦਿੱਤੀਆਂ ਅਤੇ ਮੈਨੂੰ ਕਹਿਣ ਲੱਗੀ, ਤੂੰ ਹੁਣ ਇਹਨਾਂ ਜੁੱਤੀਆਂ ਨੂੰ ਹੀ ਆਪਣੇ ਪੈਰਾਂ ਵਿੱਚ ਪਾ ਕੇ ਰੱਖਣਾ ਹੈ। ਇਹ ਜੁੱਤੀਆਂ ਪੂਰੇ 9 ਮਹੀਨੇ ਤੱਕ ਨਹੀਂ ਉਤਰਨੀਆਂ ਚਾਹੀਦੀਆਂ, ਭਾਵੇਂ ਕੁਝ ਵੀ ਹੋ ਜਾਵੇ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋ ਗਈ ਅਤੇ ਫਿਰ ਮੈਂ ਕਿਹਾ, ਮੰਮੀ ਜੀ ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ? ਮੇਰੇ ਸਵਾਲ ਪੁੱਛਣ 'ਤੇ ਉਹਨਾਂ ਨੇ ਮੈਨੂੰ ਝਿੜਕ ਦਿੱਤਾ ਅਤੇ ਕਿਹਾ, ਜਿੰਨਾ ਕਿਹਾ ਜਾਂਦਾ ਹੈ ਉਨਾ ਹੀ ਕਰ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਚੁੱਪ ਹੋ ਗਈ, ਪਰ ਮੈਂ ਮਨ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਕਿਸੇ ਤਰ੍ਹਾਂ ਵੀ ਇਹਨਾਂ ਜੁੱਤੀਆਂ ਨੂੰ ਆਪਣੇ ਪੈਰਾਂ ਵਿੱਚ ਨਹੀਂ ਪਾਵਾਂਗੀ। ਮੈਂ ਉਹਨਾਂ ਦੇ ਸਾਹਮਣੇ ਜੁੱਤੀਆਂ ਪਾ ਲਈਆਂ ਅਤੇ ਬਾਹਰ ਜਾਣ ਲੱਗੀ ਤਾਂ ਮੇਰੀ ਸੱਸ ਨੇ ਕਿਹਾ ਕਿ ਤੂੰ ਆਰਾਮ ਕਰ, ਬਾਕੀ ਕੰਮ ਮੈਂ ਆਪੇ ਦੇਖ ਲਵਾਂਗੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਸੋਚਾਂ ਵਿੱਚ ਪੈ ਗਈ ਕਿ ਉਹਨਾਂ ਨੇ ਮੈਨੂੰ ਆਪਣੀਆਂ ਜੁੱਤੀਆਂ ਪਾਉਣ ਲਈ ਕਿਉਂ ਦਿੱਤੀਆਂ ਹਨ। ਇਹਨਾਂ ਵਿੱਚ ਅਜਿਹਾ ਕੀ ਹੈ ਜੋ ਮੇਰੀ ਸੱਸ ਨੇ ਮੈਨੂੰ ਪੂਰੇ 9 ਮਹੀਨੇ ਤੱਕ ਇਹਨਾਂ ਨੂੰ ਪਾਉਣ ਲਈ ਕਿਹਾ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਹਨਾਂ ਗੰਦੀਆਂ ਜਿਹੀਆਂ ਜੁੱਤੀਆਂ ਨੂੰ ਦੇਖ ਕੇ ਮੇਰਾ ਦਿਲ ਘਬਰਾ ਰਿਹਾ ਸੀ। ਮੇਰੀ ਪ੍ਰੈਗਨੈਂਸੀ ਦੇ 3 ਮਹੀਨੇ ਤੋਂ ਬਾਅਦ ਮੇਰਾ ਪਤੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਚਲਾ ਗਿਆ। ਉਹਨਾਂ ਨੂੰ ਵਾਪਸ ਆਉਣ ਵਿੱਚ 20-25 ਦਿਨ ਲੱਗਣੇ ਸਨ। ਉਹਨਾਂ ਨੇ ਮੈਨੂੰ ਆਪਣਾ ਖਿਆਲ ਰੱਖਣ ਲਈ ਕਿਹਾ ਅਤੇ ਮੇਰੀ ਸੱਸ ਦਾ ਆਸ਼ੀਰਵਾਦ ਲੈ ਕੇ ਚਲੇ ਗਏ। ਉਹਨਾਂ ਦੇ ਬਿਨਾਂ ਮੈਂ ਘਰ ਵਿੱਚ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ। ਮੇਰੀ ਸੱਸ ਆਪਣੇ ਕੰਮ ਤੋਂ ਕੰਮ ਰੱਖਣ ਵਾਲੀ ਔਰਤ ਸੀ। ਮੈਂ ਅਕਸਰ ਇਹ ਸੋਚਣ ਲੱਗ ਜਾਂਦੀ ਕਿ ਜੇਕਰ ਮੈਨੂੰ ਬੇਟੀ ਹੋ ਗਈ ਤਾਂ ਪਤਾ ਨਹੀਂ ਮੇਰੀ ਸੱਸ ਮੇਰੇ ਨਾਲ ਕੀ ਕਰੇਗੀ। ਉਹ ਤਾਂ ਸ਼ਾਇਦ ਮੈਨੂੰ ਇਸ ਘਰ ਵਿੱਚ ਰਹਿਣ ਹੀ ਨਹੀਂ ਦੇਵੇਗੀ। ਮੇਰੀ ਸੱਸ ਰੋਜ਼ ਮੈਨੂੰ ਕਮਰੇ ਵਿੱਚ ਦੇਖਣ ਆਉਂਦੀ ਕਿ ਮੈਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਜੁੱਤੀਆਂ ਪਾਈਆਂ ਹਨ ਜਾਂ ਨਹੀਂ। ਉਹ ਕਹਿੰਦੀ ਸੀ ਕਿ ਬਸ ਇਹ ਤੇਰੇ ਪੈਰਾਂ ਵਿੱਚੋਂ ਉਤਰਨੀਆਂ ਨਹੀਂ ਚਾਹੀਦੀਆਂ। ਮੇਰੇ ਪਤੀ ਦੇ ਬਾਹਰ ਜਾਣ ਤੋਂ ਬਾਅਦ ਮੇਰੀ ਸੱਸ ਮੇਰਾ ਪੂਰਾ ਖਿਆਲ ਰੱਖ ਰਹੀ ਸੀ। ਇੱਕ ਦਿਨ ਦੁਪਹਿਰ ਨੂੰ ਮੇਰਾ ਦਿਲ ਥੋੜ੍ਹਾ ਜਿਹਾ ਘਬਰਾਉਣ ਲੱਗਿਆ ਤਾਂ ਮੈਂ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਲਈ ਛੱਤ 'ਤੇ ਆ ਗਈ ਅਤੇ ਫਿਰ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਮੈਂ ਦੇਖਿਆ ਕਿ ਸਾਹਮਣੇ ਮੇਜ਼ 'ਤੇ ਮੇਰੀ ਸੱਸ ਦੇ ਸਾਈਜ਼ ਦੀਆਂ ਬਹੁਤ ਸਾਰੀਆਂ
ਜੁੱਤੀਆਂ ਪਈਆਂ ਸਨ ਅਤੇ ਨਾਲ ਹੀ ਕੁਝ ਹੋਰ ਚੀਜ਼ਾਂ ਵੀ ਰੱਖੀਆਂ ਹੋਈਆਂ ਸਨ ਜਿਨ੍ਹਾਂ ਦੇ ਬਾਰੇ ਵਿੱਚ ਮੈਨੂੰ ਕੁਝ ਵੀ ਨਹੀਂ ਪਤਾ ਸੀ। ਅੱਜ ਤੋਂ ਪਹਿਲਾਂ ਮੈਂ ਇਹਨਾਂ ਚੀਜ਼ਾਂ ਨੂੰ ਕਦੇ ਵੀ ਨਹੀਂ ਦੇਖਿਆ ਸੀ। ਮੈਂ ਮੇਜ਼ 'ਤੇ ਪਏ ਸਮਾਨ ਅਤੇ ਜੁੱਤੀਆਂ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ। ਬੇਸ਼ੱਕ ਇਹ ਸਭ ਕੁਝ ਮੇਰੀ ਸੱਸ ਦਾ ਸਮਾਨ ਹੈ, ਪਰ ਉਹ ਇਹ ਜੁੱਤੀਆਂ ਲੋਕਾਂ ਨੂੰ ਕਿਉਂ ਦਿੰਦੀ ਹੈ? ਇਹਨਾਂ ਵਿੱਚ ਅਜਿਹਾ ਕੀ ਹੈ? ਇਹ ਗੱਲਾਂ ਮੈਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਸਨ। ਮੈਂ ਉਹਨਾਂ ਜੁੱਤੀਆਂ ਤੋਂ ਆਪਣੀ ਜਾਨ ਛੁਡਾਉਣ ਲਈ ਆਪਣੀ ਸੱਸ ਤੋਂ ਇਜਾਜ਼ਤ ਮੰਗੀ ਅਤੇ ਕਿਹਾ ਕਿ ਮੈਂ ਆਪਣੀ ਮੰਮੀ ਨੂੰ ਮਿਲਣ ਲਈ ਜਾਣਾ ਚਾਹੁੰਦੀ ਹਾਂ। ਪਹਿਲਾਂ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਅਤੇ ਫਿਰ ਕਹਿਣ ਲੱਗੀ, ਆਪਣੀ ਮਾਂ ਨੂੰ ਇੱਥੇ ਹੀ ਬੁਲਾ ਲੈ। ਪਰ ਫਿਰ ਮੇਰਾ ਉਦਾਸ ਚਿਹਰਾ ਦੇਖ ਕੇ ਉਹ ਮੰਨ ਗਈ ਅਤੇ ਕਹਿਣ ਲੱਗੀ, ਚਲੀ ਜਾ, ਪਰ ਆਪਣਾ ਧਿਆਨ ਰੱਖੀ। ਮੈਂ ਆਪਣੀ ਸੱਸ ਦੇ ਪੈਰੀ ਹੱਥ ਲਾ ਕੇ ਘਰ ਤੋਂ ਨਿਕਲੀ ਅਤੇ ਰਿਕਸ਼ੇ ਵਿੱਚ ਬੈਠ ਕੇ ਆਪਣੀ ਮੰਮੀ ਦੇ ਘਰ ਆ ਗਈ। ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਕਿਵੇਂ ਮੇਰੀ ਸੱਸ ਜ਼ਬਰਦਸਤੀ ਮੈਨੂੰ ਆਪਣੀਆਂ ਪੁਰਾਣੀਆਂ ਜੁੱਤੀਆਂ ਪਵਾਉਣ ਲਈ ਮਜਬੂਰ ਕਰਦੀ ਹੈ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਆਪਾਂ ਹੁਣੇ ਮਾਰਕੀਟ ਚੱਲਦੇ ਹਾਂ ਅਤੇ ਮੈਂ ਕਿਸੇ ਵੀ ਤਰ੍ਹਾਂ ਇਹਨਾਂ ਜੁੱਤੀਆਂ ਤੋਂ ਆਪਣੀ ਜਾਨ ਛੁਡਾਉਣਾ ਚਾਹੁੰਦੀ ਹਾਂ। ਮੈਂ ਮੰਮੀ ਨਾਲ ਮਾਰਕੀਟ ਵਿੱਚ ਆ ਗਈ ਅਤੇ ਉੱਥੋਂ ਬਿਲਕੁਲ ਉਸੇ ਤਰ੍ਹਾਂ ਦੀਆਂ ਜੁੱਤੀਆਂ ਖਰੀਦੀਆਂ ਜਿਵੇਂ ਦੀਆਂ ਮੇਰੀ ਸੱਸ ਦੀਆਂ ਸਨ। ਮੈਂ ਉਹ ਨਵੀਆਂ ਜੁੱਤੀਆਂ ਪੈਰਾਂ ਵਿੱਚ ਪਾ ਲਈਆਂ ਅਤੇ ਆਪਣੀ ਸੱਸ ਦੀਆਂ ਦਿੱਤੀਆਂ ਹੋਈਆਂ ਜੁੱਤੀਆਂ ਉੱਥੇ ਪਏ ਕੂੜੇਦਾਨ ਵਿੱਚ ਸੁੱਟ ਦਿੱਤੀਆਂ ਅਤੇ ਫਿਰ ਆਪਣੀ ਮੰਮੀ ਨਾਲ ਘਰ ਆ ਗਈ। ਹੁਣ ਮੈਨੂੰ ਇਸ ਗੱਲ ਨਾਲ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਪੁਰਾਣੀਆਂ ਜੁੱਤੀਆਂ ਤੋਂ ਮੇਰੀ ਜਾਨ ਛੁੱਟ ਗਈ। ਮੈਂ ਨਵੀਆਂ ਜੁੱਤੀਆਂ ਨੂੰ ਥੋੜ੍ਹਾ ਜਿਹਾ ਰਗੜ ਕੇ ਪੁਰਾਣਾ ਕਰ ਦਿੱਤਾ ਸੀ ਤਾਂ ਜੋ ਦਿਖਣ ਵਿੱਚ ਉਸੇ ਤਰ੍ਹਾਂ ਦੀਆਂ ਲੱਗਣ ਜਿਵੇਂ ਦੀਆਂ ਮੇਰੀ ਸੱਸ ਦੀਆਂ ਸਨ। ਪਰ ਪਤਾ ਨਹੀਂ ਮੈਨੂੰ ਕਿਉਂ ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਸਾਹ ਘੁੱਟ ਰਿਹਾ ਹੋਵੇ। ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਸ਼ਾਇਦ ਇਹ ਜੁੱਤੀਆਂ ਬਦਲਣ ਕਰਕੇ ਨਾ ਹੋ ਗਿਆ ਹੋਵੇ। ਮੈਂ ਜਦੋਂ ਘਰ ਆਈ ਤਾਂ ਮੇਰੀ ਸੱਸ ਮੇਰੇ ਹੀ ਇੰਤਜ਼ਾਰ ਵਿੱਚ ਬੈਠੀ ਸੀ। ਜਿਵੇਂ ਹੀ ਮੈਂ ਘਰ ਦੇ ਅੰਦਰ ਦਾਖਲ ਹੋਈ ਤਾਂ ਉਹਨਾਂ ਦੀ ਨਜ਼ਰ ਮੇਰੇ ਪੈਰਾਂ ਉੱਪਰ ਟਿਕ ਗਈ ਕਿ ਮੈਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਜੁੱਤੀਆਂ ਪਾਈਆਂ ਹੋਈਆਂ ਹਨ ਜਾਂ ਨਹੀਂ। ਪਰ ਮੇਰੇ ਪੈਰਾਂ ਵਿੱਚ ਆਪਣੀਆਂ ਦਿੱਤੀਆਂ ਹੋਈਆਂ ਜੁੱਤੀਆਂ ਦੇਖ ਕੇ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੋ ਗਈ ਸੀ। ਮੇਰੀ ਸੱਸ ਦੇ ਵਰਤਾਓ ਨੇ ਮੈਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਸੀ ਕਿ ਇਹਨਾਂ ਸੜੀਆਂ ਹੋਈਆਂ ਜੁੱਤੀਆਂ ਵਿੱਚ ਅਜਿਹਾ ਕੀ ਸੀ। ਮੈਂ ਕਿਸੇ ਵੀ ਤਰ੍ਹਾਂ ਇਸ ਗੱਲ ਦੀ ਤਹਿ ਤੱਕ ਪਹੁੰਚਣਾ ਚਾਹੁੰਦੀ ਸੀ, ਪਰ ਮੇਰੀ ਸੱਸ ਦੇ ਸਾਹਮਣੇ ਮੈਂ ਕੁਝ ਨਹੀਂ ਕਰ ਸਕਦੀ ਸੀ। ਉਹਨਾਂ ਦੀਆਂ ਨਜ਼ਰਾਂ ਬਹੁਤ ਤੇਜ਼ ਸਨ ਅਤੇ ਹਰ ਵੇਲੇ ਮੇਰੇ ਉੱਪਰ ਹੀ ਟਿਕੀਆਂ ਰਹਿੰਦੀਆਂ ਸਨ। ਮੈਂ ਬਹੁਤ ਦਿਨਾਂ ਤੋਂ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ ਜੋ ਆਖਰਕਾਰ ਮੈਨੂੰ ਮਿਲ ਹੀ ਗਿਆ। ਇੱਕ ਦਿਨ ਮੇਰੀ ਸੱਸ ਆਪਣੀ ਕਿਸੇ ਸਹੇਲੀ ਦੇ ਘਰ ਜਾਣ ਲੱਗੀ ਅਤੇ ਮੇਰੇ ਲਈ ਇਹ ਸੁਨਹਿਰੀ ਮੌਕਾ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਦੇ ਕਮਰੇ ਵਿੱਚ ਆ ਗਈ। ਮੈਂ ਉਹਨਾਂ ਦਾ ਪੂਰਾ ਕਮਰਾ ਦੇਖਣ ਲੱਗੀ ਤਾਂ ਜੋ ਸ਼ਾਇਦ ਮੈਨੂੰ ਉਹਨਾਂ ਜੁੱਤੀਆਂ ਦੇ ਬਾਰੇ ਵਿੱਚ ਕੁਝ ਪਤਾ ਚੱਲ ਸਕੇ। ਮੈਂ ਚਿੰਤਾ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਕਿ ਉਸੇ ਵੇਲੇ ਅਚਾਨਕ ਮੇਰੀ ਨਜ਼ਰ ਅਲਮਾਰੀ ਦੇ ਉੱਪਰ ਰੱਖੀਆਂ ਧੂੜ ਮਿੱਟੀ ਨਾਲ ਭਰੀਆਂ ਹੋਈਆਂ ਕਿਤਾਬਾਂ 'ਤੇ ਗਈ। ਮੈਂ ਹੈਰਾਨੀ ਨਾਲ ਉਹਨਾਂ ਕਿਤਾਬਾਂ ਵੱਲ ਵੇਖਿਆ ਕਿਉਂਕਿ ਮੇਰੀ ਸੱਸ ਤਾਂ ਸਿਰਫ 5ਵੀਂ ਜਮਾਤ ਤੱਕ ਹੀ ਪੜ੍ਹੀ ਸੀ, ਤਾਂ ਫਿਰ ਇਹ ਕਿਤਾਬਾਂ ਕੌਣ ਪੜ੍ਹਦਾ ਸੀ। ਮੈਂ ਅਲਮਾਰੀ ਦੇ ਉੱਪਰੋਂ ਉਹ ਕਿਤਾਬਾਂ ਨੀਚੇ ਉਤਾਰੀਆਂ ਅਤੇ ਉਹਨਾਂ ਨੂੰ ਦੇਖਣ ਲੱਗੀ। ਉਹ ਬਹੁਤ ਪੁਰਾਣੀਆਂ ਲੱਗ ਰਹੀਆਂ ਸਨ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੈਨੂੰ ਇਹਨਾਂ ਕਿਤਾਬਾਂ ਨੂੰ ਦੇਖਣਾ ਨਹੀਂ ਚਾਹੀਦਾ, ਪਰ ਸੱਚਾਈ ਪਤਾ ਕਰਨ ਲਈ ਇਹ ਕਰਨਾ ਜ਼ਰੂਰੀ ਸੀ। ਮੈਂ ਜਿਵੇਂ ਹੀ ਉਹ ਕਿਤਾਬਾਂ ਖੋਲ੍ਹੀਆਂ ਤਾਂ ਹੈਰਾਨੀ ਨਾਲ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਮੈਂ ਧਿਆਨ ਨਾਲ ਇੱਕ ਇੱਕ ਪੰਨਾ ਪਲਟ ਕੇ ਦੇਖਣ ਲੱਗੀ। ਉਸ ਕਿਤਾਬ ਵਿੱਚ ਕੁਝ ਬਹੁਤ ਪੁਰਾਣੀਆਂ ਤਸਵੀਰਾਂ ਸਨ ਜਿਨ੍ਹਾਂ ਵਿੱਚ ਇੱਕ ਖੂਬਸੂਰਤ ਆਦਮੀ ਇੱਕ ਬੱਚੇ ਨੂੰ ਲੈ ਕੇ ਖੜ੍ਹਾ ਸੀ। ਪਰ ਇੱਕ ਗੱਲ ਇਸ ਕਿਤਾਬ ਵਿੱਚ ਅਜੀਬ ਸੀ ਕਿਉਂਕਿ ਹਰ ਤਸਵੀਰ ਦੇ ਪਿੱਛੇ ਜੁੱਤੀਆਂ ਬਣੀਆਂ ਹੋਈਆਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਖਾਸ ਮਕਸਦ ਕਰਕੇ ਬਣਾਈਆਂ ਗਈਆਂ ਹੋਣ। ਮੈਂ ਆਪਣੀ ਸੱਸ ਦੇ ਆਉਣ ਤੋਂ ਪਹਿਲਾਂ ਸਾਰਾ ਕਮਰਾ ਠੀਕ ਕਰ ਦਿੱਤਾ ਅਤੇ ਬਾਹਰ ਆ ਗਈ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਜਿਵੇਂ ਕਿ ਕਿਤੇ ਕੁਝ ਗਲਤ ਹੈ ਜਿਸ ਤੋਂ ਮੈਂ ਅਣਜਾਣ ਹਾਂ। ਪਰ ਇਹ ਕੀ ਹੋ ਸਕਦਾ ਹੈ? ਮੇਰੀ ਸੱਸ ਦੀਆਂ ਜੁੱਤੀਆਂ ਦਾ ਕੀ ਰਾਜ ਹੈ? ਅਜਿਹਾ ਕਿਹੜਾ ਕਾਰਨ ਹੈ ਜੋ ਉਹਨਾਂ ਨੇ ਮੈਨੂੰ ਪੁਰਾਣੀਆਂ ਜੁੱਤੀਆਂ ਪਾਉਣ ਲਈ ਦਿੱਤੀਆਂ ਹਨ? ਮੈਂ ਹਰ ਰੋਜ਼ ਰੱਬ ਨੂੰ ਅਰਦਾਸ ਕਰਦੀ ਸੀ ਕਿ ਹੇ ਪਰਮਾਤਮਾ ਮੈਨੂੰ ਚੰਗੀ ਅਤੇ ਨੇਕ ਔਲਾਦ ਬਖਸ਼ੀ। ਜਦੋਂ ਮੇਰੀ ਸੱਸ ਘਰ ਆਈ ਤਾਂ ਮੈਂ ਆਪਣੇ ਕਮਰੇ ਵਿੱਚ ਸੀ। ਮੈਂ ਹੈਰਾਨ ਸੀ ਕਿਉਂਕਿ ਜਦੋਂ ਤੋਂ ਉਹ ਘਰ ਆਈ ਸੀ ਬਹੁਤ ਚੁੱਪਚਾਪ ਸੀ। ਮੈਨੂੰ ਅੰਦਾਜ਼ਾ ਲਗਾਉਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਕੁਝ ਪਰੇਸ਼ਾਨ ਹੈ। 2 ਘੰਟੇ ਬਾਅਦ ਰੋਟੀ ਤਿਆਰ ਹੋਣ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਬੁਲਾਉਣ ਲਈ ਉਹਨਾਂ ਦੇ ਕਮਰੇ ਵਿੱਚ ਗਈ। ਮੈਂ ਉਹਨਾਂ ਨੂੰ ਆਵਾਜ਼ ਮਾਰੀ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਮੈਨੂੰ ਲੱਗਿਆ ਕਿ ਸ਼ਾਇਦ ਉਹ ਸੌਂ ਰਹੀ ਹੋਵੇਗੀ। ਮੈਂ ਵਾਪਸ ਆ ਗਈ। ਰਾਤ ਦੇ 10 ਵੱਜ ਰਹੇ ਸਨ। ਮੈਂ ਰਸੋਈ ਵਿੱਚ ਦੁੱਧ ਗਰਮ ਕਰ ਰਹੀ ਸੀ
ਤਾਂ ਮੈਂ ਦੇਖਿਆ ਕਿ ਮੇਰੀ ਸੱਸ ਕੰਬਲ ਲਪੇਟ ਕੇ ਮੂੰਹ ਢੱਕ ਕੇ ਹੌਲੀ ਹੌਲੀ ਤੁਰਦੀ ਹੋਈ ਕਿਤੇ ਜਾ ਰਹੀ ਸੀ। ਮੈਂ ਘੜੀ ਵੱਲ ਵੇਖਿਆ ਤਾਂ 10 ਵੱਜ ਚੁੱਕੇ ਸਨ। ਮੈਂ ਹੈਰਾਨ ਸੀ ਕਿ ਮੇਰੀ ਸੱਸ ਰਾਤ ਨੂੰ ਇਸ ਵੇਲੇ ਕਿੱਥੇ ਜਾ ਰਹੀ ਹੈ। ਜਦੋਂ ਤੋਂ ਉਹ ਬਾਹਰੋਂ ਆਈ ਸੀ, ਆਪਣੇ ਕਮਰੇ ਵਿੱਚੋਂ ਹੁਣ ਨਿਕਲੀ ਸੀ, ਮੈਂ ਵੀ ਹੌਲੀ ਹੌਲੀ ਤੁਰਦੇ ਹੋਏ ਉਹਨਾਂ ਦਾ ਪਿੱਛਾ ਕਰਨ ਲੱਗੀ। ਮੇਰੀ ਸੱਸ ਆਪਣਾ ਇਲਾਕਾ ਛੱਡ ਕੇ ਕਿਸੇ ਸੁੰਨਸਾਨ ਜਗ੍ਹਾ 'ਤੇ ਆ ਗਈ ਸੀ। ਉਹ ਇੱਕ ਟੁੱਟੇ ਫੁੱਟੇ ਦਰਵਾਜ਼ੇ ਦੇ ਸਾਹਮਣੇ ਆ ਕੇ ਰੁਕੀ ਅਤੇ ਦਰਵਾਜ਼ਾ ਖੜਕਾਉਣ ਲੱਗੀ। ਕੁਝ ਹੀ ਦੇਰ ਵਿੱਚੋਂ ਅੰਦਰੋਂ ਇੱਕ 50-55 ਸਾਲ ਦਾ ਆਦਮੀ ਬਾਹਰ ਨਿਕਲਿਆ ਅਤੇ ਮੇਰੀ ਸੱਸ ਨਾਲ ਕੁਝ ਗੱਲਾਂ ਕਰਦਾ ਹੋਇਆ ਉਹਨਾਂ ਨੂੰ ਅੰਦਰ ਲੈ ਕੇ ਚਲਾ ਗਿਆ। ਮੈਂ ਹੱਕੀ ਬੱਕੀ ਇਹ ਸਭ ਕੁਝ ਦੇਖ ਰਹੀ ਸੀ। ਮੇਰੀ ਸੋਚਣ ਸਮਝਣ ਦੀ ਸਾਰੀ ਤਾਕਤ ਖਤਮ ਹੁੰਦੀ ਜਾ ਰਹੀ ਸੀ। ਰਾਤ ਦੇ 10 ਵਜੇ ਆਖਿਰ ਮੇਰੀ ਸੱਸ ਇਸ ਘਰ ਵਿੱਚ ਕੀ ਕਰ ਰਹੀ ਹੈ? ਉਹਨਾਂ ਦਾ ਕੀ ਮਕਸਦ ਹੈ? ਉਹ ਇੱਥੇ ਕਿਉਂ ਆਈ ਹੈ? ਇੱਕ ਹੋਰ ਅਜੀਬ ਗੱਲ ਇਹ ਸੀ ਕਿ ਮੇਰੀ ਸੱਸ ਘਰ ਤੋਂ ਬਾਹਰ ਨਿਕਲਦੇ ਵੇਲੇ ਇੱਕ ਬੈਗ ਵੀ ਨਾਲ ਲੈ ਕੇ ਨਿਕਲੀ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਸ ਬੈਗ ਵਿੱਚ ਕੀ ਸੀ। ਮੈਂ ਉਸ ਘਰ ਵੱਲ ਵਧੀ ਅਤੇ ਦਰਵਾਜ਼ੇ ਦੀ ਟੁੱਟੀ ਹੋਈ ਦਰਾਰ ਵਿੱਚੋਂ ਅੰਦਰ ਦੇਖਣ ਦੀ ਕੋਸ਼ਿਸ਼ ਕਰਨ ਲੱਗੀ। ਮੈਨੂੰ ਕੁਝ ਵੀ ਨਹੀਂ ਦਿਖ ਰਿਹਾ ਸੀ, ਪਰ ਅਚਾਨਕ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰੇ ਮੋਢੇ ਉੱਪਰ ਹੱਥ ਰੱਖ ਦਿੱਤਾ ਹੋਵੇ। ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਸੀ। ਮੈਂ ਚੀਕਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਮੂੰਹ ਵਿੱਚੋਂ ਜਿਵੇਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਮੈਂ ਡਰਦੇ ਡਰਦੇ ਪਿੱਛੇ ਮੁੜ ਕੇ ਦੇਖਿਆ ਤਾਂ ਡਰਦੇ ਮਾਰੇ ਮੇਰੀਆਂ ਤਾਂ ਅੱਖਾਂ ਹੀ ਬਾਹਰ ਨਿਕਲਣ ਵਾਲੀਆਂ ਹੋ ਗਈਆਂ ਸਨ। ਮੇਰੇ ਪਿੱਛੇ ਮੇਰੀ ਸੱਸ ਖੜੀ ਸੀ, ਜੋ ਮੈਨੂੰ ਬਹੁਤ ਅਜੀਬ ਨਜ਼ਰ ਨਾਲ ਦੇਖ ਰਹੀ ਸੀ। ਮੇਰੇ ਸਾਹਮਣੇ ਤਾਂ ਉਹ ਅੰਦਰ ਗਈ ਸੀ, ਤਾਂ ਫਿਰ ਉਹ ਬਾਹਰ ਕਿਵੇਂ ਆ ਸਕਦੀ ਹੈ? ਮੇਰੀ ਸੱਸ ਨੇ ਬਿਨਾਂ ਕੁਝ ਕਹੇ ਮੇਰਾ ਹੱਥ ਫੜਿਆ ਅਤੇ ਮੈਨੂੰ ਲੈ ਕੇ ਘਰ ਆ ਗਈ। ਘਰ ਆ ਕੇ ਉਹ ਮੈਨੂੰ ਝਿੜਕਣ ਲੱਗੀ ਕਿ ਮੈਂ ਉੱਥੇ ਕੀ ਕਰਨ ਗਈ ਸੀ। ਉਹ ਮੈਨੂੰ ਕਹਿਣ ਲੱਗੀ, ਤੇਰੀ ਹਿੰਮਤ ਕਿਵੇਂ ਹੋਈ ਮੇਰਾ ਪਿੱਛਾ ਕਰਨ ਦੀ? ਘਰ ਤਾਂ ਤੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਅਤੇ ਹੁਣ ਮੇਰੀ ਜਾਸੂਸੀ 'ਤੇ ਉਤਰ ਆਈ ਹੈ। ਮੈਂ ਉਹਨਾਂ ਤੋਂ ਮਾफ़ੀ ਮੰਗਣ ਲੱਗੀ, ਪਰ ਉਹਨਾਂ ਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਆਪਣੇ ਕਮਰੇ ਵਿੱਚ ਜਾ ਕੇ ਕਮਰਾ ਬੰਦ ਕਰ ਲਿਆ। ਮੈਂ ਬਹੁਤ ਡਰ ਗਈ ਸੀ ਕਿਉਂਕਿ ਮੇਰਾ ਪਤੀ ਵੀ ਘਰ ਆਉਣ ਵਾਲਾ ਸੀ। ਮੈਨੂੰ ਬਸ ਇਹ ਡਰ ਸਤਾ ਰਿਹਾ ਸੀ ਕਿ ਪਤਾ ਨਹੀਂ ਮੇਰੀ ਸੱਸ ਹੁਣ ਉਹਨਾਂ ਨੂੰ ਕੀ ਪੱਟੀ ਪੜ੍ਹਾਵੇਗੀ। ਮੈਂ ਆਪਣੇ ਕਮਰੇ ਵਿੱਚ ਆ ਕੇ ਬੈਠ ਗਈ ਅਤੇ ਆਪਣੀ ਮੰਮੀ ਨੂੰ ਫ਼ੋਨ ਲਗਾ ਲਿਆ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਮੇਰੀ ਮੰਮੀ ਬਹੁਤ ਹੈਰਾਨ ਹੋਈ ਕਿ ਮੇਰੀ ਸੱਸ ਇਹ ਕੀ ਬੋਲ ਰਹੀ ਸੀ। ਮੈਂ ਆਪਣੀ ਮੰਮੀ ਨੂੰ ਕੋਈ ਤਰੀਕਾ ਪੁੱਛਿਆ ਜਿਸ ਨਾਲ ਮੇਰੀ ਸੱਸ ਦਾ ਮੂਡ ਠੀਕ ਹੋ ਸਕੇ, ਤਾਂ ਮੇਰੀ ਮੰਮੀ ਨੇ ਕਿਹਾ ਕਿ ਮੈਂ ਆਪਣੀ ਸੱਸ ਲਈ ਵਧੀਆ ਜਿਹਾ ਖਾਣਾ ਬਣਾਵਾਂ। ਮੈਂ ਰਾਤ ਦਾ ਖਾਣਾ ਬਣਾਇਆ ਅਤੇ ਆਪਣੀ ਸੱਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਗੁੱਸੇ ਵਾਲੇ ਅੰਦਾਜ਼ ਵਿੱਚ ਬੋਲੀ, ਕੀ ਹੈ? ਕਿਉਂ ਦਰਵਾਜ਼ਾ ਖੜਕਾ ਰਹੀ ਹੈ? ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਬਹੁਤ ਵਧੀਆ ਖਾਣਾ ਬਣਾਇਆ ਹੈ, ਸਭ ਕੁਝ ਤੁਹਾਡੀ ਪਸੰਦ ਦਾ ਹੈ। ਮੇਰੀ ਸੱਸ ਨੇ ਮੈਨੂੰ ਘੂਰ ਕੇ ਦੇਖਿਆ ਜਿਵੇਂ ਕੁਝ ਦੱਸਣਾ ਚਾਹੁੰਦੀ ਹੋਵੇ। ਮੈਂ ਉਹਨਾਂ ਦਾ ਹੱਥ ਫੜ ਕੇ ਖਾਣੇ ਵਾਲੀ ਟੇਬਲ 'ਤੇ ਆ ਗਈ। ਮੈਂ ਉਹਨਾਂ ਦੀ ਪਲੇਟ ਵਿੱਚ ਬਿਰਿਆਨੀ ਪਾਈ ਹੀ ਸੀ ਕਿ ਬਾਹਰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਮੈਂ ਦਰਵਾਜ਼ਾ ਖੋਲ੍ਹਣ ਲਈ ਜਾਣ ਲੱਗੀ ਤਾਂ ਮੇਰੀ ਸੱਸ ਨੇ ਕਿਹਾ, ਤੂੰ ਬੈਠ, ਮੈਂ ਖੋਲ੍ਹਦੀ ਹਾਂ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੇ ਪਤੀ ਹੱਥ ਵਿੱਚ ਬੈਗ ਲੈ ਕੇ ਖੜ੍ਹੇ ਸਨ। ਮੈਂ ਆਪਣੇ ਪਤੀ ਦੇ ਲਈ ਵੀ ਖਾਣੇ ਦੀ ਪਲੇਟ ਲਗਾਉਣ ਲੱਗੀ, ਪਰ ਉਹ ਫਰੈਸ਼ ਹੋਣ ਲਈ ਕਮਰੇ ਵਿੱਚ ਚਲੇ ਗਏ। ਅੰਦਰੋਂ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਕਿ ਪਤਾ ਨਹੀਂ ਹੁਣ ਮੇਰੀ ਸੱਸ ਉਹਨਾਂ ਨੂੰ ਕੀ ਕਹੇਗੀ। ਅਸੀਂ ਸਭ ਨੇ ਆਰਾਮ ਨਾਲ ਰੋਟੀ ਖਾਧੀ ਅਤੇ ਮੇਰਾ ਪਤੀ ਮੇਰੀ ਸੱਸ ਨੂੰ ਆਪਣੇ ਸਫ਼ਰ ਦੀਆਂ ਗੱਲਾਂ ਦੱਸਣ ਲੱਗਿਆ। ਮੈਂ ਉਹਨਾਂ ਤੋਂ ਬੇਖਬਰ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੇਰੀ ਸੱਸ ਨੇ ਮੇਰਾ ਹੱਥ ਫੜ ਕੇ ਮੈਨੂੰ ਉੱਥੇ ਹੀ ਬਿਠਾ ਲਿਆ। ਮੈਨੂੰ ਪਤਾ ਸੀ ਕਿ ਮੇਰੀ ਸੱਸ ਦਾ ਮੈਨੂੰ ਰੋਕਣ ਦਾ ਸਿਰਫ ਇੱਕ ਹੀ ਮਕਸਦ ਸੀ, ਉਹ ਮੈਨੂੰ ਨੀਚਾ ਦਿਖਾਉਣਾ ਚਾਹੁੰਦੀ ਸੀ। ਇਸ ਲਈ ਮੈਂ ਆਪਣੀ ਸੱਸ ਨੂੰ ਅੱਖਾਂ ਹੀ ਅੱਖਾਂ ਵਿੱਚ ਮਿੰਨਤਾਂ ਕੀਤੀਆਂ। ਇਸ ਲਈ ਸ਼ਾਇਦ ਉਹਨਾਂ ਨੂੰ ਮੇਰੇ ਉੱਪਰ ਦਇਆ ਆ ਗਈ ਅਤੇ ਉਹਨਾਂ ਨੇ ਅਮਨ ਨੂੰ ਕੁਝ ਨਹੀਂ ਦੱਸਿਆ। ਮੈਂ ਰੱਬ ਦਾ ਧੰਨਵਾਦ ਕੀਤਾ ਅਤੇ ਆਪਣੇ ਕਮਰੇ ਵਿੱਚ ਆ ਗਈ। ਜਦੋਂ ਮੈਂ ਸੌਣ ਲੱਗੀ ਤਾਂ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮਣ ਲੱਗੀਆਂ। ਕੱਲ੍ਹ ਜੋ ਕੁਝ ਵੀ ਹੋਇਆ ਸੀ ਉਹ ਬਿਲਕੁਲ ਵੀ ਠੀਕ ਨਹੀਂ ਹੋਇਆ ਸੀ। ਕੁਝ ਤਾਂ ਅਜਿਹਾ ਸੀ ਜਿਸ ਤੋਂ ਮੈਂ ਅਣਜਾਣ ਸੀ, ਜੋ ਸਭ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਸੀ। ਮੈਂ ਸਵੇਰ ਹੁੰਦੇ ਹੀ ਆਪਣਾ ਸਾਰਾ ਕੰਮ ਖਤਮ ਕੀਤਾ ਅਤੇ ਆਪਣੀ ਸੱਸ ਕੋਲ ਜਾ ਕੇ ਬੈਠ ਗਈ। ਉਹ ਮੈਨੂੰ ਬੱਚਿਆਂ ਦੇ ਬਾਰੇ ਵਿੱਚ ਗੱਲਾਂ ਦੱਸਣ ਲੱਗੀ। ਮੇਰਾ ਵੀ ਦਿਲ ਕੀਤਾ, ਇਸ ਲਈ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ, ਪਰ ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਪਛਤਾਵਾ ਨਜ਼ਰ ਆ ਰਿਹਾ ਸੀ। ਮਮਤਾ ਦੀ ਇੱਕ ਤੜਫ ਦਿਖਾਈ ਦੇ ਰਹੀ ਸੀ। ਮੈਂ ਬਹੁਤ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਕਿਉਂਕਿ ਅੱਜ ਉਹ ਪਹਿਲੀ ਵਾਰ ਇਸ ਤਰ੍ਹਾਂ ਮੈਨੂੰ ਅਮਨ ਦੇ ਬਚਪਨ ਦੀਆਂ ਗੱਲਾਂ ਖੁੱਲ੍ਹ ਕੇ ਦੱਸ ਰਹੀ ਸੀ।
ਉਹ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਅਤੇ ਅਮਨ ਦੇ ਬਚਪਨ ਦੇ ਬਾਰੇ ਵਿੱਚ ਦੱਸ ਰਹੀ ਸੀ। ਗੱਲਾਂ ਕਰਦੇ ਕਰਦੇ ਮੇਰੀ ਸੱਸ ਦੀ ਨਜ਼ਰ ਘੜੀ 'ਤੇ ਗਈ ਤਾਂ ਉਹ ਫਟਾਫਟ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਉਹ ਕਮਰੇ ਵਿੱਚੋਂ ਬਾਹਰ ਆਈ ਤਾਂ ਉਹਨਾਂ ਦੇ ਹੱਥ ਵਿੱਚ ਕੱਲ੍ਹ ਦੀ ਤਰ੍ਹਾਂ ਇੱਕ ਬੈਗ ਸੀ। ਮੈਂ ਕੱਲ੍ਹ ਦੀ ਘਟਨਾ ਤੋਂ ਡਰੀ ਹੋਈ ਸੀ, ਇਸ ਲਈ ਮੈਂ ਕੁਝ ਪੁੱਛਣਾ ਠੀਕ ਨਹੀਂ ਸਮਝਿਆ। ਮੇਰੀ ਸੱਸ ਤੇਜ਼ ਤੁਰਦੀ ਹੋਈ ਘਰ ਤੋਂ ਬਾਹਰ ਨਿਕਲ ਗਈ। ਮੈਂ ਹੈਰਾਨੀ ਨਾਲ ਉਹਨਾਂ ਦੀ ਜਲਦਬਾਜ਼ੀ ਨੋਟ ਕੀਤੀ। ਉਹਨਾਂ ਦੀ ਹਾਲਤ ਬਹੁਤ ਅਜੀਬ ਸੀ, ਜਿਵੇਂ ਕੋਈ ਬਹੁਤ ਕੀਮਤੀ ਚੀਜ਼ ਹੋਵੇ ਜਿਸ ਨੂੰ ਉਹ ਖੋਣਾ ਨਹੀਂ ਚਾਹੁੰਦੀ ਸੀ। ਮੈਂ ਵੀ ਹਿੰਮਤ ਨਹੀਂ ਹਾਰਨਾ ਚਾਹੁੰਦੀ ਸੀ, ਇਸ ਲਈ ਮੈਂ ਆਪਣਾ ਹੁਲੀਆ ਬਦਲ ਕੇ ਉਹਨਾਂ ਦਾ ਪਿੱਛਾ ਕੀਤਾ। ਅੱਜ ਵੀ ਮੇਰੀ ਸੱਸ ਉਸੇ ਘਰ ਵਿੱਚ ਆਈ ਹੈ। ਮੈਂ ਇਸ ਘਰ ਦੇ ਬਾਰੇ ਵਿੱਚ ਜਾਣਨ ਲਈ ਉਤਾਵਲੀ ਹੋ ਰਹੀ ਸੀ ਕਿ ਇੱਥੇ ਅਜਿਹਾ ਕੀ ਹੈ ਜੋ ਮੇਰੀ ਸੱਸ ਇੱਥੇ ਰੋਜ਼ ਆਉਂਦੀ ਹੈ। ਉਹਨਾਂ ਦੀ ਅਜਿਹੀ ਕਿਹੜੀ ਕੀਮਤੀ ਚੀਜ਼ ਹੈ ਜੋ ਇੱਥੇ ਲੁਕੋਈ ਹੋਈ ਹੈ। ਲਗਭਗ ਅੱਧੇ ਘੰਟੇ ਬਾਅਦ ਮੇਰੀ ਸੱਸ ਉਸ ਘਰ ਵਿੱਚੋਂ ਬਾਹਰ ਆਈ ਅਤੇ ਉਹਨਾਂ ਦੇ ਹੱਥ ਬਿਲਕੁਲ ਖਾਲੀ ਸਨ। ਹੁਣ ਮੈਂ ਇਹ ਘਰ ਤਾਂ ਦੇਖ ਲਿਆ। ਮੈਂ ਸੋਚਿਆ ਕਿ ਕੱਲ੍ਹ ਕਿਸੇ ਵੀ ਹਾਲ ਵਿੱਚ ਇਸ ਘਰ ਦੇ ਅੰਦਰ ਜਾ ਕੇ ਰਹਾਂਗੀ। ਮੈਂ ਆਪਣੀ ਸੱਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਘਰ ਪਹੁੰਚ ਗਈ ਅਤੇ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਈ। ਜਦੋਂ ਮੇਰੀ ਸੱਸ ਘਰ ਆਈ ਤਾਂ ਮੈਨੂੰ ਰਸੋਈ ਵਿੱਚ ਕੰਮ ਕਰਦੇ ਦੇਖ ਕੇ ਛੱਤ 'ਤੇ ਚਲੀ ਗਈ। ਮੈਂ ਵੀ ਉਹਨਾਂ ਦਾ ਪਿੱਛਾ ਕੀਤਾ ਅਤੇ ਛੱਤ 'ਤੇ ਗਈ। ਮੇਰੀ ਸੱਸ ਸਾਡੇ ਘਰ ਦੀ ਛੱਤ 'ਤੇ ਇੱਕ ਕੋਨੇ ਵਿੱਚ ਬਣੇ ਸਟੋਰ ਰੂਮ ਵਿੱਚ ਗਈ ਅਤੇ ਉੱਥੋਂ ਮੇਰੇ ਪਤੀ ਦੇ ਕੁਝ ਪੁਰਾਣੇ ਕੱਪੜੇ ਇੱਕ ਥੈਲੇ ਵਿੱਚ ਭਰਨ ਲੱਗੀ। ਮੈਂ ਸੋਚਿਆ ਕਿ ਸ਼ਾਇਦ ਇਹ ਕਿਸੇ ਗਰੀਬ ਨੂੰ ਦੇਣੇ ਹੋਣਗੇ, ਇਸ ਲਈ ਮੈਂ ਨੀਚੇ ਆ ਗਈ। ਮੇਰੀ ਸੱਸ ਦਾ ਹੁਣ ਰੋਜ਼ ਦਾ ਇਹੀ ਕੰਮ ਹੋ ਗਿਆ ਸੀ ਕਿ ਉਹ ਅਮਨ ਦੇ ਘਰ ਆਉਣ ਤੋਂ ਪਹਿਲਾਂ ਉਸ ਘਰ ਵਿੱਚ ਜ਼ਰੂਰ ਜਾਂਦੀ ਅਤੇ ਮੇਰੇ ਪਤੀ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਵਾਪਸ ਆ ਜਾਂਦੀ। ਮੈਂ ਕੁਝ ਦਿਨ ਤਾਂ ਇਹ ਸਭ ਕੁਝ ਦੇਖਦੀ ਰਹੀ, ਪਰ ਜਦੋਂ ਮੇਰੀ ਸੱਸ ਨੇ ਮੈਨੂੰ ਪੇਕੇ ਜਾ ਕੇ 10 ਦਿਨ ਰਹਿ ਕੇ ਆਉਣ ਲਈ ਕਿਹਾ ਤਾਂ ਮੈਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ, ਕਿਉਂਕਿ ਅੱਜ ਤੱਕ ਮੇਰੀ ਸੱਸ ਨੇ ਕਦੇ ਵੀ ਮੈਨੂੰ ਪੇਕੇ ਜਾਣ ਲਈ ਨਹੀਂ ਕਿਹਾ ਸੀ ਅਤੇ ਹੁਣ ਤਾਂ ਉਹ ਮੈਨੂੰ 10 ਦਿਨ ਰੁਕਣ ਦੀ ਵੀ ਇਜਾਜ਼ਤ ਦੇ ਰਹੀ ਸੀ। ਮੈਂ ਸਮਝ ਚੁੱਕੀ ਸੀ ਕਿ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਇਸ ਤੋਂ ਪਹਿਲਾਂ ਕਿ ਮੈਂ ਮਨਾ ਕਰਦੀ, ਅਮਨ ਨੇ ਆਪ ਹੀ ਮੈਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਮੇਰੇ ਪਤੀ ਦੇ ਮਨਾ ਕਰਨ 'ਤੇ ਮੇਰੀ ਸੱਸ ਕੁਝ ਉਦਾਸ ਜਿਹੀ ਹੋ ਗਈ। ਅੱਜ ਮੇਰਾ ਇਰਾਦਾ ਮੇਰੀ ਸੱਸ ਦਾ ਪਿੱਛਾ ਕਰਨ ਦਾ ਸੀ। ਮੈਂ ਸਾਰੇ ਘਰ ਦੇ ਕੰਮ ਕੀਤੇ ਅਤੇ ਅਮਨ ਦੇ ਕੱਪੜੇ ਕੱਢ ਕੇ ਸੋਫੇ 'ਤੇ ਰੱਖਣ ਲੱਗੀ। ਅਚਾਨਕ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਇਹ ਉਹੀ ਸਮਾਂ ਸੀ ਜਦੋਂ ਮੇਰੀ ਸੱਸ ਉਸ ਪੁਰਾਣੀ ਇਮਾਰਤ ਵਿੱਚ ਜਾਂਦੀ ਸੀ। ਮੈਂ ਠਾਣ ਲਿਆ ਸੀ ਕਿ ਅੱਜ ਇਹਨਾਂ ਜੁੱਤੀਆਂ ਦਾ ਅਤੇ ਉਸ ਪੁਰਾਣੀ ਇਮਾਰਤ ਦਾ ਰਾਜ਼ ਜਾਣ ਕੇ ਹੀ ਰਹਾਂਗੀ। ਆਪਣੀ ਸੱਸ ਦੇ ਪਿੱਛੇ ਪਿੱਛੇ ਮੈਂ ਵੀ ਉਸ ਘਰ ਵਿੱਚ ਪਹੁੰਚ ਗਈ ਅਤੇ ਘਰ ਨੂੰ ਦੇਖਣ ਲੱਗੀ। ਮੈਂ ਉਸ ਘਰ ਦੀ ਕੰਧ ਦੀ ਆੜ ਵਿੱਚ ਲੁੱਕ ਕੇ ਸਭ ਕੁਝ ਦੇਖ ਰਹੀ ਸੀ। ਉਹ ਘਰ ਘੱਟ ਬਲਕਿ ਖੰਡਰ ਜ਼ਿਆਦਾ ਸੀ। ਮੈਂ ਦੇਖਿਆ ਉੱਥੇ ਸਿਰਫ ਇੱਕ ਚਟਾਈ ਅਤੇ ਕੁਝ ਖਾਣਾ ਪਿਆ ਸੀ। ਉਸੇ ਵੇਲੇ ਮੈਨੂੰ ਆਪਣੀ ਸੱਸ ਦੀ ਆਵਾਜ਼ ਸੁਣਾਈ ਦਿੱਤੀ, ਜੋ ਇੱਕ ਕੁੜੀਆਂ ਵਰਗੇ ਦਿਖਣ ਵਾਲੇ ਮੁੰਡੇ ਨੂੰ ਕੱਪੜੇ ਦੇ ਰਹੀ ਸੀ। ਮੈਂ ਜਿਵੇਂ ਹੀ ਉਸ ਮੁੰਡੇ ਦੀ ਸ਼ਕਲ ਦੇਖੀ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਤਾਰੇ ਆਉਣ ਲੱਗੇ। ਉਸ ਮੁੰਡੇ ਦੀ ਸ਼ਕਲ ਬਿਲਕੁਲ ਅਮਨ ਵਰਗੀ ਸੀ, ਪਰ ਉਹ ਕੁਝ ਅਜੀਬ ਸੀ। ਉਸ ਦੀਆਂ ਹਰਕਤਾਂ ਤੇ ਚਾਲ ਕੁੜੀਆਂ ਵਾਲੀ ਸੀ। ਮੈਂ ਦੇਖਿਆ ਕਿ ਉਸ ਮੁੰਡੇ ਦੀ ਚਟਾਈ ਦੇ ਕੋਲ ਜੁੱਤੀਆਂ ਦਾ ਢੇਰ ਲੱਗਿਆ ਹੈ। ਮੈਂ ਅੱਗੇ ਵਧੀ ਅਤੇ ਆਪਣੀ ਸੱਸ ਦੇ ਸਾਹਮਣੇ ਆ ਕੇ ਖੜੀ ਹੋ ਗਈ। ਮੈਂ ਉਹਨਾਂ ਨੂੰ ਕਿਹਾ, ਅੱਜ ਮੈਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਚਾਹੀਦੇ ਹਨ। ਮੈਂ ਪੁੱਛਿਆ, ਇਹ ਸਭ ਕੁਝ ਕੀ ਹੈ? ਇਹ ਮੁੰਡਾ ਕੌਣ ਹੈ ਅਤੇ ਤੁਸੀਂ ਇਸ ਨੂੰ ਇੱਥੇ ਕੈਦ ਕਰਕੇ ਕਿਉਂ ਰੱਖਿਆ ਹੋਇਆ ਹੈ? ਮੇਰੀਆਂ ਗੱਲਾਂ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਸਭ ਕੁਝ ਜਾਣ ਚੁੱਕੀ ਹਾਂ। ਉਹ ਨੀਚੇ ਬੈਠ ਗਈ ਅਤੇ ਆਪਣੇ ਗਮ ਨੂੰ ਲੁਕਾਉਂਦੇ ਹੋਏ ਬੋਲਣ ਲੱਗੀ। ਮੇਰੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ, ਪਰ ਮੇਰੇ ਕੋਲ ਕੋਈ ਬੱਚਾ ਨਹੀਂ ਸੀ ਅਤੇ ਮੇਰੀ ਸੱਸ ਨੂੰ ਵਾਰਸ ਚਾਹੀਦਾ ਸੀ। ਉਹ ਮੈਨੂੰ ਡਾਕਟਰ ਹਕੀਮ ਦੇ ਕੋਲ ਲੈ ਗਈ ਅਤੇ ਉਹਨਾਂ ਦੀਆਂ ਦਵਾਈਆਂ ਖਾਣ ਤੋਂ ਬਾਅਦ ਮੈਂ 2 ਜੁੜਵਾਂ ਮੁੰਡਿਆਂ ਨੂੰ ਜਨਮ ਦਿੱਤਾ, ਪਰ ਉਹਨਾਂ ਵਿੱਚੋਂ ਇੱਕ ਬੱਚਾ ਤੀਸਰੇ ਜਿਨਸ ਦਾ ਸੀ। ਜਦੋਂ ਦੋਵੇਂ ਬੱਚੇ ਵੱਡੇ ਹੋਣ ਲੱਗੇ ਤਾਂ ਉਸਦੇ ਰਹਿਣ ਸਹਿਣ ਵਿੱਚ ਬਦਲਾਵ ਹੋਣ ਲੱਗਿਆ। ਜਦੋਂ ਮੇਰੀ ਸੱਸ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਮੈਨੂੰ ਕਿਹਾ, ਇਸ ਬਦਨਾਮੀ ਨੂੰ ਮੇਰੇ ਘਰ ਵਿੱਚੋਂ ਬਾਹਰ ਕੱਢ ਦੇ, ਨਹੀਂ ਤਾਂ ਆਪ ਵੀ ਇੱਥੋਂ ਚਲੀ ਜਾ। ਮੈਂ ਬਹੁਤ ਰੋਈ, ਪਰ ਉਹਨਾਂ ਨੂੰ ਮੇਰੇ ਉੱਪਰ ਬਿਲਕੁਲ ਵੀ ਤਰਸ ਨਹੀਂ ਆਇਆ। ਮੇਰੇ ਪਤੀ ਨੇ ਵੀ ਮੇਰੇ ਉੱਪਰ ਦਿਨ ਰਾਤ ਜ਼ੁਲਮ ਕੀਤਾ ਅਤੇ ਇਸ ਨੂੰ ਆਪਣੀ ਔਲਾਦ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਤਲਾਕ ਦੇ ਦਿੱਤਾ। ਮੈਂ ਦੋਵੇਂ ਬੱਚਿਆਂ ਨੂੰ ਲੈ ਕੇ ਸ਼ਹਿਰ ਆ ਗਈ ਅਤੇ ਬਦਨਾਮੀ ਦੇ ਡਰ ਤੋਂ ਮੈਂ ਆਪਣੇ ਦੋਵੇਂ ਬੱਚਿਆਂ ਨੂੰ ਲੁਕੋ ਕੇ ਰੱਖਿਆ। ਦੁਨੀਆ ਬਹੁਤ ਜ਼ਾਲਮ ਹੈ। ਜਦ ਸਭ ਨੂੰ ਪਤਾ ਲੱਗਿਆ ਤਾਂ ਸਾਨੂੰ ਚੈਨ ਨਾਲ ਨਾ ਰਹਿਣ ਦਿੱਤਾ। ਮੇਰੇ ਅਮਨ ਉੱਪਰ ਵੀ ਲੋਕ ਤਾਨੇ ਕੱਸਣ ਲੱਗੇ। ਫਿਰ ਮੈਂ ਇਸ ਆਦਮੀ ਦੀ ਮਦਦ ਲਈ ਅਤੇ ਇਸ ਤੋਂ ਰੱਬ ਦਾ ਧਿਆਨ ਕਰਵਾਉਣ ਲੱਗੀ। ਇਹ ਜੋ ਵੀ ਆਸ਼ੀਰਵਾਦ ਦਿੰਦਾ ਸਭ ਸੱਚ ਹੋ ਜਾਂਦਾ। ਇੱਕ ਦਿਨ ਮੇਰੀ ਮੁਲਾਕਾਤ ਇੱਕ ਅਜਿਹੀ ਔਰਤ ਨਾਲ ਹੋਈ ਜਿਸ ਕੋਲ 7 ਕੁੜੀਆਂ ਸਨ। ਉਹ ਬਹੁਤ ਗਰੀਬ ਸੀ
ਉਸ ਨੂੰ ਵੀ ਮੁੰਡੇ ਦੀ ਚਾਹ ਸੀ। ਮੈਂ ਆਪਣੇ ਮੁੰਡੇ ਤੋਂ ਉਸ ਨੂੰ ਆਸ਼ੀਰਵਾਦ ਦਿਵਾਇਆ ਅਤੇ ਆਪਣੇ ਮੁੰਡੇ ਦੀਆਂ ਪਾਈਆਂ ਹੋਈਆਂ ਜੁੱਤੀਆਂ ਉਸ ਨੂੰ ਪਾਉਣ ਲਈ ਦਿੱਤੀਆਂ। ਤਾਂ ਰੱਬ ਦੀ ਕਿਰਪਾ ਨਾਲ ਉਸ ਦੇ ਘਰ ਵਿੱਚ ਵੀ ਮੁੰਡਾ ਹੋਇਆ। ਉਦੋਂ ਤੋਂ ਹੀ ਮੈਂ ਅਜਿਹੀਆਂ ਔਰਤਾਂ ਦੀ ਮਦਦ ਕਰਨ ਲੱਗੀ ਜੋ ਬਹੁਤ ਮਜਬੂਰ ਹਨ, ਪਰ ਬਦਲੇ ਵਿੱਚ ਉਹਨਾਂ ਤੋਂ ਕੁਝ ਨਹੀਂ ਲੈਂਦੀ। ਬਸ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਮੁੰਡਾ ਕਿਸੇ ਦੇ ਕੰਮ ਆ ਰਿਹਾ ਹੈ। ਇਸੇ ਤਰ੍ਹਾਂ ਇਹ ਸਭ ਕੁਝ ਚੱਲਦਾ ਰਿਹਾ ਅਤੇ ਹੁਣ ਜਦੋਂ ਤੂੰ ਪ੍ਰੈਗਨੈਂਟ ਹੋਈ ਤਾਂ ਮੈਂ ਤੈਨੂੰ ਵੀ ਆਪਣੇ ਮੁੰਡੇ ਦੀਆਂ ਜੁੱਤੀਆਂ ਪਾਉਣ ਲਈ ਦਿੱਤੀਆਂ ਤਾਂ ਜੋ ਤੇਰੇ ਕੋਲ ਵੀ ਮੁੰਡਾ ਹੋਵੇ। ਪਰ ਮੈਂ ਕਦੇ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ ਕਿ ਇਹ ਜੁੱਤੀਆਂ ਮੇਰੇ ਮੁੰਡੇ ਦੀਆਂ ਹਨ। ਹੁਣ ਤੈਨੂੰ ਇਹ ਰਾਜ਼ ਪਤਾ ਹੀ ਲੱਗ ਗਿਆ ਹੈ ਤਾਂ ਮੈਂ ਤੇਰੇ ਸਾਹਮਣੇ ਹੱਥ ਜੋੜਦੀ ਹਾਂ, ਮੇਰੇ ਬੱਚੇ ਦੇ ਬਾਰੇ ਵਿੱਚ ਕਿਸੇ ਨੂੰ ਨਾ ਦੱਸੀ। ਮੇਰੀ ਸੱਸ ਸਿਸਕ ਸਿਸਕ ਕੇ ਰੋ ਰਹੀ ਸੀ। ਮੈਂ ਉਹਨਾਂ ਦੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ, ਮਾਮਾ ਅਜਿਹੀਆਂ ਵੀ ਹੁੰਦੀਆਂ ਹਨ। ਅੱਜ ਉਹਨਾਂ ਲਈ ਮੇਰਾ ਦਿਲ ਬਹੁਤ ਉਦਾਸ ਸੀ। ਪਿੱਛੇ ਖੜਾ ਅਮਨ ਦਾ ਭਾਈ ਵੀ ਮੈਨੂੰ ਡਰਦੇ ਹੋਏ ਦੇਖ ਰਿਹਾ ਸੀ। ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਲੋਕ ਬੁਰੇ ਨਹੀਂ ਹੁੰਦੇ, ਉਹਨਾਂ ਨੂੰ ਬੁਰਾ ਬਣਾ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਦਾ ਇੱਕ ਆਸ਼ੀਰਵਾਦ ਤੁਹਾਡੀ ਰੁੱਸੀ ਹੋਈ ਕਿਸਮਤ ਨੂੰ ਬਦਲ ਸਕਦਾ ਹੈ। ਇਹ ਲੋਕ ਆਪ ਤਾਂ ਨਹੀਂ ਬਣਦੇ, ਇਹਨਾਂ ਨੂੰ ਵੀ ਉਸੇ ਰੱਬ ਨੇ ਹੀ ਬਣਾਇਆ ਹੈ ਜੋ ਆਮ ਇਨਸਾਨਾਂ ਨੂੰ ਬਣਾਉਂਦਾ ਹੈ। ਤਾਂ ਫਿਰ ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕਿਉਂ? ਬਲਕਿ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਇੱਜ਼ਤ ਉਹੀ ਲੋਕ ਦਿੰਦੇ ਹਨ ਜੋ ਆਪ ਇੱਜ਼ਤਦਾਰ ਹੁੰਦੇ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।